बेटा अज असी 10th क्लास असी अज NTSC ਦਾ ਵੈਨ ਡਾਇਗਰਾਮਸ ਬਾਰੇ ਪੜਨ ਜਾ ਰਹੇ ਹਾਂ। ਵੈਨ ਡਾਇਗਰਾਮਸ ਪ੍ਰੋਬੇਬਲੀ ਆਹ 9 ਤਰੀਕੇ ਦੇ ਹੀ ਹੈ 1 2 3 4 5 6 7 8 9 ਇਸ ਤਰ੍ਹਾਂ ਦੇ ਟਾਈਪ ਦੇ ਹੈ। ਇਹ ਵੈਨ ਡਾਇਗਰਾਮ ਜਿਹੜੇ ਆ ਬੇਟੇ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਦੇ ਰਿਲੇਸ਼ਨਸ਼ਿਪ ਸ਼ੋ ਕਰਦੇ ਆ। ਆਲਮੋਸਟ ਇਹਨਾਂ ਵਿੱਚ ਤਿੰਨ ਹੀ ਰਿਲੇਸ਼ਨਸ਼ਿਪ ਸ਼ੋ ਕੀਤੇ ਜਾਂਦੇ ਆ, ਇੱਕ ਦੂਜੇ ਦੇ ਰਿਲੇਸ਼ਨ ਨੂੰ ਦਰਸਾਇਆ ਜਾਂਦਾ ਇਹਦੇ ਵਿੱਚ। ਤਾਂ ਇਹਦੇ ਵਿੱਚ ਤੇ ਜਿਵੇਂ ਕਿ ਇਹ ਵਾਲੀ ਚੀਜ਼ ਹੈ, ਇਹਦੇ ਵਿੱਚ ਕੀ ਸ਼ੋ ਕੀਤਾ ਗਿਆ ਹੈ ਵੀ ਇੱਕ ਚੀਜ਼ ਨੂੰ ਜਿਹੜੀ ਸਭ ਤੋਂ ਅੰਦਰ ਹੈ ਉਹ ਸਭ ਤੋਂ ਬਾਹਰਲੀ ਵਾਲੀ ਦੀ ਸਾਰੀ ਚੀਜ਼ਾਂ ਨੂੰ ਸ਼ੋ ਕਰਦੀ ਹੈ। ਮਤਲਬ ਉਸਦੀ ਕੋਈ ਖਾਸ ਚੀਜ਼ ਹੈ ਜੋ ਜਿਸ ਨੂੰ ਇਹਨੂੰ ਵੀ ਇਹ ਕਿਹਾ ਜਾ ਸਕਦਾ ਹੈ ਤੇ ਇਸ ਨੂੰ ਇਹ ਵੀ ਕਿਹਾ ਜਾ ਸਕਦਾ ਹੈ, ਲੇਕਿਨ ਬਾਹਰ ਵਾਲੀ ਨੂੰ ਅੰਦਰ ਵਾਲਾ ਨਹੀਂ ਕਿਹਾ ਜਾ ਸਕਦਾ। ਜਿਵੇਂ ਕਿ ਆਪਾਂ ਉਦਾਹਰਨ ਲਈਏ, ਆਲ ਦੀ ਉਦਾਹਰਨ ਜਿਵੇਂ ਲਈਏ, ਜਿਵੇਂ ਕਿ ਫੂਡ, ਵੈਜੀਟੇਬਲਸ ਤੇ ਨਾਲ ਹੈ ਬ੍ਰਿੰਜਲ। ਮੰਨ ਲਓ ਬੈਂਗਨ ਜਾਂ ਆਪਾਂ ਪੋਟੈਟੋ ਲੈ ਲੈਂਦੇ, ਮੰਨ ਲਓ ਪੋਟੈਟੋ ਹੈ ਤੇ ਇਹਦੇ ਵਿੱਚ ਕਿਵੇਂ ਸ਼ੋ ਕੀਤਾ ਜਾ ਸਕਦਾ ਕਿ ਸਾਰੀ ਹੀ ਸਭ ਤੋਂ ਪਹਿਲਾਂ ਆਪਾਂ ਪੋਟੈਟੋ ਦੀ ਗੱਲ ਕਰੀਏ ਤਾਂ ਪੋਟੈਟੋ ਸਾਰੇ ਦੇ ਸਾਰੇ ਪੋਟੈਟੋ ਨੂੰ ਕੀ ਕਿਹਾ ਜਾ ਸਕਦਾ ਹੈ? ਵੈਜੀਟੇਬਲਸ। ਪੋਟੈਟੋ ਨੂੰ ਵੈਜੀਟੇਬਲ ਕਿਹਾ ਜਾ ਸਕਦਾ, ਲੇਕਿਨ ਵੈਜੀਟੇਬਲਸ ਨੂੰ ਪੋਟੈਟੋ ਨਹੀਂ ਕਿਹਾ ਜਾ ਸਕਦਾ ਸਿਰਫ, ਕਿਉਂਕਿ ਸਾਰੀ ਵੈਜੀਟੇਬਲਸ ਪੋਟੈਟੋ ਨਹੀਂ ਹੁੰਦੀਆਂ, ਲੇਕਿਨ ਸਾਰੇ ਪੋਟੈਟੋ ਵੈਜੀਟੇਬਲਸ ਹੁੰਦੇ ਆ। ਤਾਂ ਸਭ ਤੋਂ ਪਹਿਲਾਂ ਅੰਦਰ ਕੀ ਆਏਗਾ? ਪੋਟੈਟੋ। ਆਲ ਪੋਟੈਟੋਜ਼ ਆਰ ਕਾਲਡ ਵੈਜੀਟੇਬਲਸ। ਤੇ ਸਾਰੇ ਵੈਜੀਟੇਬਲਸ ਕੀ ਹੁੰਦੇ ਆ? ਫੂਡ। ਸਾਰੇ ਵੈਜੀਟੇਬਲਸ ਫੂਡ ਦੇ ਆਈਟਮਾਂ ਦੇ ਵਿੱਚ ਹੁੰਦੇ ਆ, ਵੀ ਆਲ ਦਾ ਰਿਲੇਸ਼ਨ ਹੈ ਇਹ। ਤੇ ਸਾਰੇ ਹੀ ਤੀਜੀ ਰਿਲੇਸ਼ਨ ਕਿਹੜਾ ਹੈਗਾ ਜਿਹੜਾ ਸਿੱਧਾ ਬਾਹਰ ਤੇ ਸਭ ਤੋਂ ਅਖੀਰਲਾ? ਫੂਡ, ਕਿਉਂਕਿ ਪੋਟੈਟੋ ਸਾਰਾ ਦਾ ਸਾਰਾ ਫੂਡ, ਸਾਰਾ ਪੋਟੈਟੋ ਵੀ ਫੂਡ ਦੇ ਵਿੱਚ ਆਉਂਦਾ ਹੈ ਤੇ ਸਾਰੇ ਦੇ ਸਾਰੇ ਪੋਟੈਟੋ ਵੀ ਫੂਡ ਦੇ ਵਿੱਚ ਆਉਂਦੇ ਆ ਤੇ ਇਹਨਾਂ ਦਾ ਰਿਲੇਸ਼ਨ ਵੀ ਕੀ ਹੁੰਦਾ? ਏ। ਤਾਂ ਟ੍ਰਿਪਲ ਏ ਜਿਹੜਾ ਰਿਲੇਸ਼ਨ ਹੈ ਇਸ ਟ੍ਰਿਪਲ ਏ ਨੂੰ ਸ਼ੋ ਕਰਦਾ ਹੈ ਕਿ ਪੋਟੈਟੋ ਸਾਰੇ ਦੇ ਸਾਰੇ ਵੈਜੀਟੇਬਲਸ ਦੇ ਵਿੱਚ, ਸਾਰੀ ਵੈਜੀਟੇਬਲਾਂ ਸਾਰੀ ਫੂਡ ਆਈਟਮਾਂ ਦੇ ਵਿੱਚ। ਇਹਦਾ ਮਤਲਬ ਜਿਹੜੇ ਪੋਟੈਟੋ ਹੈ ਉਹ ਫੂਡ ਦੇ ਅੰਦਰ ਵੀ ਆਉਂਦੇ ਤੇ ਵੈਜੀਟੇਬਲ ਦੇ ਅੰਦਰ ਵੀ ਆਉਂਦੇ। ਇਸੇ ਤਰ੍ਹਾਂ ਇਹਦੇ ਵਿੱਚ ਕੀ ਸ਼ੋ ਕੀਤਾ ਗਿਆ? ਇਹ ਰਿਲੇਸ਼ਨ ਕੀ ਸ਼ੋ ਕਰਦਾ? ਆਪਾਂ ਇਹ ਯੂਜ਼ ਕਰਦੇ ਆਲ ਲਈ ਕਿ ਸਾਰੀ ਦੀ ਸਾਰੀ ਆਲ ਥਿੰਗਸ, ਦਿਸ ਫॉर ਆਲ ਦਿਸ ਐਂਡ ਦਿਸ ਫॉर ਆਲ ਦਿਸ ਐਂਡ ਦਿਸ ਫॉर ਆਲ ਦਿਸ ਬਿਟਵੀਨ ਥੀਸ ਟੂ। ਤਾਂ ਇਸੇ ਤਰ੍ਹਾਂ ਨੈਕਸਟ ਦੇ ਵਿੱਚ ਕੀ ਸ਼ੋ ਕੀਤਾ ਗਿਆ ਕਿ ਇਹਨਾਂ ਦੋਨਾਂ ਵਿੱਚ ਕੁਝ ਵੀ ਸਾਂਝਾ ਨਹੀਂ ਹੈ, ਲੇਕਿਨ ਇਹ ਦੋਨੋਂ ਇੱਕ ਚੀਜ਼ ਦੇ ਅੰਦਰ ਸਾਂਝੇ ਹੈ। ਤਾਂ ਇਹਦੇ ਵਿੱਚ ਕੀ ਸ਼ੋ ਕੀਤਾ ਗਿਆ? ਇਹ ਆਲ, ਇਹਨਾਂ ਦੋਨਾਂ ਦਾ ਰਿਲੇਸ਼ਨ ਕੀ ਹੈ? ਨਨ। ਐਨ ਫॉर ਨਨ, ਏ ਐਨ ਤੇ ਐਸ ਯੂਜ਼ ਕਰਾਂਗੇ, ਸਮ। ਐਨ ਫॉर ਨਨ, ਏ ਫॉर ਆਲ। ਤੇ ਇਹਨਾਂ ਦੋਨਾਂ ਦਾ ਆਪਸ ਰਿਲੇਸ਼ਨ ਨਨ ਹੈ। ਇਹਨਾਂ ਦੋਨਾਂ ਦਾ ਆਪਸ ਵਿੱਚ ਕੁਝ ਵੀ ਸਾਂਝਾ ਨਹੀਂ ਹੈ, ਅਲੱਗ-ਅਲੱਗ ਹੈ, ਲੇਕਿਨ ਇਹ ਦੋਨੋਂ ਕਿਸੇ ਇੱਕ ਚੀਜ਼ ਦੇ ਲਈ ਆਲ ਦਾ ਰਿਲੇਸ਼ਨ ਹੈ। ਇਹ ਸਾਰੀ ਦੀ ਸਾਰੀ ਚੀਜ਼ ਇਹਦੇ ਲਈ ਆਲ ਹੈ, ਸਾਰੀ ਇਹਦੇ ਵਿੱਚ ਆ ਰਹੀ ਹੈ ਤੇ ਇਹ ਵੀ ਚੀਜ਼ ਸਾਰੀ ਇਹਦੇ ਵਿੱਚ ਆ ਰਹੀ ਹੈ। ਤੇ ਇਹਨਾਂ ਦੋਨਾਂ ਦਾ ਵੱਡੇ ਸਰਕਲ ਨਾਲ ਰਿਲੇਸ਼ਨ ਕੀ ਹੈ? ਡਬਲ ਏ। ਨੈਕਸਟ ਹੈ ਥਰਡ ਵੈਨ ਡਾਇਗਰਾਮ। ਇਹਦੇ ਵਿੱਚ ਤਿੰਨੋਂ ਹੀ ਅਲੱਗ-ਅਲੱਗ ਨੇ, ਤਿੰਨਾਂ ਦਾ ਕੋਈ ਵੀ ਆਪਸ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ, ਤਿੰਨੋਂ ਹੀ ਅਲੱਗ-ਅਲੱਗ ਚੀਜ਼ਾਂ ਨੇ, ਤਿੰਨਾਂ ਦਾ ਆਪਸ ਵਿੱਚ ਕੋਈ ਰਿਲੇਸ਼ਨ ਨਹੀਂ ਹੈ। ਐਨ। ਨੈਕਸਟ ਹੈ ਫੋਰਥ, ਜਿਹਦੇ ਵਿੱਚ ਤਿੰਨਾਂ ਦਾ ਕੁਛ ਹਿੱਸਾ, ਪਹਿਲੇ ਸਰਕਲ ਦਾ ਕੁਛ ਹਿੱਸਾ, ਫਿਰ ਦੂਜੇ ਸਰਕਲ ਦਾ ਕੁਛ ਹਿੱਸਾ, ਫਿਰ ਤੀਜੇ ਸਰਕਲ ਦਾ ਕੁਛ ਹਿੱਸਾ। ਆ ਸਾਰਾ ਜਿਹੜਾ ਹੈ ਕੁਛ ਹਿੱਸਾ ਜਿਹੜਾ ਹੈ ਇੱਕ ਕਾਮਨ ਪੋਰਸ਼ਨ 'ਤੇ ਮਿਲ ਰਿਹਾ। ਆਹ ਵਾਲਾ ਕਾਮਨ ਪੋਰਸ਼ਨ ਹੈ ਜਿਹਦੇ ਵਿੱਚ ਤਿੰਨੋਂ ਹਿੱਸੇ, ਤਿੰਨੇ ਸਰਕਲਾਂ ਦੇ ਹਿੱਸੇ ਜਿਹੜੇ ਹੈ ਇਸ ਦੇ ਵਿੱਚ ਆ ਰਹੇ। ਅਤੇ ਇਹ ਕਿਹੜਾ ਰਿਲੇਸ਼ਨ ਹੈ? ਐਸ, ਸਮ, SOME। ਇਹਦੇ ਵਿੱਚ ਕੀ ਰਿਲੇਸ਼ਨਸ਼ਿਪ ਸ਼ੋ ਕੀਤਾ ਗਿਆ ਬੇਟੇ? ਪਹਿਲੇ ਦਾ ਦੂਜੇ ਦੇ ਨਾਲ ਕੁਛ ਹਿੱਸਾ ਸਾਂਝਾ ਹੈ, ਦੂਜੇ ਦਾ ਤੀਜੇ ਦੇ ਨਾਲ ਕੁਛ ਹਿੱਸਾ ਸਾਂਝਾ ਹੈ, ਮਤਲਬ ਸਮ ਹੈ। ਕੁਛ ਹਿੱਸਾ ਫਸਟ ਦਾ ਸੈਕਿੰਡ ਦੇ ਨਾਲ ਤੇ ਸੈਕਿੰਡ ਦਾ ਥਰਡ ਦੇ ਨਾਲ ਹੈ, ਲੇਕਿਨ ਫਸਟ ਤੇ ਥਰਡ ਦੇ ਵਿੱਚ ਕੁਝ ਵੀ ਸਾਂਝਾ ਨਹੀਂ ਹੈ। SN। ਇਹਨੂੰ ਕੀ ਪੜ੍ਹਨਾ ਹੈ? ਇਹ ਆਲ ਦਾ ਰਿਲੇਸ਼ਨ ਹੈ। ਇਸ ਚੀਜ਼ ਨੂੰ, ਇਹ ਸਾਰੀ ਚੀਜ਼ਾਂ ਨੂੰ ਇਹ ਵੀ ਕਿਹਾ ਜਾ ਸਕਦਾ ਹੈ, ਇਹ ਵੀ ਸਾਰੀ ਚੀਜ਼ਾਂ ਨੂੰ ਇਹ ਵੀ ਕਿਹਾ ਜਾ ਸਕਦਾ ਹੈ, ਡਬਲ ਏ। ਲੇਕਿਨ ਜਿਹੜੇ ਅੰਦਰ ਹੈ ਇਹਨਾਂ ਦੇ ਵਿੱਚ ਕੁਛ ਹਿੱਸਾ ਜਿਹੜਾ ਹੈ ਸਾਂਝਾ ਹੈ, ਡਬਲ AS। ਨੈਕਸਟ ਹੈ ਇਹ ਆਲ ਦਾ ਰਿਲੇਸ਼ਨ ਹੈ। ਇਸ ਰਿਲੇਸ਼ਨ ਨੂੰ, ਇਹ ਸਾਰੀ ਚੀਜ਼ ਨੂੰ ਇਹ ਵੀ ਕਿਹਾ ਜਾ ਸਕਦਾ ਹੈ, ਤੇ ਇਹ ਵਾਲੀ ਚੀਜ਼ ਦਾ ਇਹਦੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈ ਤੇ ਬਾਹਰ ਵਾਲੀ ਚੀਜ਼ ਦਾ ਵੀ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੇ ਇਹਦੇ ਵਿੱਚ ਤਿੰਨ ਰਿਲੇਸ਼ਨ ਸ਼ੋ ਹੋ ਰਿਹਾ ਹੈ। ਇਹਦੇ ਲਈ ਆਲ, ਛੋਟੇ ਦਾ ਇਹ ਵੱਡੇ ਦੇ ਨਾਲ ਆਲ ਦਾ ਰਿਲੇਸ਼ਨ ਹੈ ਤੇ ਇਹਦੇ ਨਾਲ ਵੀ ਇਹਦਾ ਕੋਈ ਸੰਬੰਧ ਨਹੀਂ ਹੈ, ਕੋਈ ਅਟੈਚਮੈਂਟ ਨਹੀਂ ਹੈ, ਤੇ ਇਹਦਾ ਵੀ ਇਸ ਸਰਕਲ ਦੇ ਨਾਲ ਕੋਈ ਅਟੈਚਮੈਂਟ ਨਹੀਂ ਹੈ, ਇਹ ਡਬਲ S। ਨੈਕਸਟ ਹੈ ਤੁਸੀਂ ਦੇਖੋਗੇ ਇਹਦੇ ਵਿੱਚ ਸਮ ਦਾ ਰਿਲੇਸ਼ਨ ਹੈ 2 ਦੇ ਵਿੱਚ,
लेकिन इसका भी ये नाल कोई रिलेशन नहीं है सर्कल का, तो ये सर्कल का ये नाल भी कोई रिलेशन नहीं है। तो यह एस डबल एन, दो एन है, ये नाल भी रिलेशन ये नाल भी नहीं है, पर इन्हों दोनों का आपस में कुछ रिलेशन है। नैक्सट है सब तो एंड दे विच कि ए वाला सारा ऑल दा रिलेशन है, ये छोटे सर्कल का ਵੱਡੇ सर्कल के नाल ऑल दा है, लेकिन इस छोटे सर्कल का ये नाल एस का रिलेशन है, ए एस। तो इस ਵੱਡੇ सर्कल का तीजे सर्कल का देखो सब तो पहला ऑल दा रिलेशन आ छोटे सर्कल का ए सर्कल के नाल पूरा ऑल दा रिलेशन है, क्योंकि पूरा सर्कल जिहड़ा छोटे वाला है इस वाले पूरे दे विच है। इज इट ओके? तो पर जिहड़ा थर्ड सर्कल है हुण इहदा ते इन्हां दोनों का रिलेशन दा फाइंड आउट हो गया। हुण छोटे सर्कल का इस वाले सर्कल नाल सम का रिलेशन है, आ देखो कुछ हिस्सा कॉमन है, एस आ गया। तो इसी सर्कल का इस ਵੱਡੇ सर्कल के नाल भी कुछ हिस्सा कॉमन दे विच आ वाला हिस्सा, तो ये भी की आएगा ए डबल एस का रिलेशन है। इनू आपां किवें यूज़ करांगे देखो मैं तुहानूं दसदी हां। जिवें फर्स्ट क्वेश्चन है ऑस्ट्रिच बैट ते क्रो लिख आएगा, किहड़ा वेन डायग्राम इहदे विच लगेगा। देखो ऑस्ट्रिच एक बर्ड है, बैट एक अलग तरह का बर्ड है, क्रो एक अलग तरह का बर्ड है, लेकिन तिन्नां विच कुछ भी साझा नहीं है। ओस्ट्रिच नूं बैट नहीं कहा जा सकता एन, तो बैट नूं क्रो नहीं कहा जा सकता नो एन, कुछ भी कॉमन नहीं है। तो क्रो नूं ओस्ट्रिच नहीं कहा जा सकता एन। तो इन्हां विच ते किहड़ा रिलेशन आ गया ट्रिपल एन का। तो ट्रिपल एन लई किहड़ा वेन डायग्राम है थर्ड वाला, तो इहदे विच वेन डायग्राम किहड़ा बनेगा आ वाला वेन डायग्राम। इज इट ओके? इसी तरह तुसीं देखो ईयरस वीक डेज़, हुण देखो सारे दे सारे डेज़ नूं वीक कहा जा सकता है, सारे डेज़ मिला के ही वीक बनता है। तो सारे दे सारे वीक्स नूं की कहा जा सकता है ईयरस, सारे सारे वीक्स मिला के की बनता है ईयरस। दो रिलेशन हो गए, ऑल डेज़ आर कॉल्ड मेक अ वीक एंड ऑल वीक्स मेक ईयर। सारे सारे वीक मिल के तो सारे सारे डेज़ मिल के भी ईयर बना लेंदे हैं, चाहे सारे डेज़ नूं वीक ईयरस कह सकते हैं तो सारे वीक्स नूं भी ईयरस कह सकते हैं, क्योंकि जिहड़े वीक है डेज़ नाल ही बनते हैं। तो ट्रिपल ए का रिलेशन आ रहा। तो ट्रिपल ए किहड़ा वेन डायग्राम है फर्स्ट वाला, जिहदे विच इहदे लई ये वाले वेन डायग्राम के उत्ते ऑप्शन के उत्ते क्लिक करोगे तो तुसीं उहदे उत्ते टिक ऑप्शन टिक करोगे। नैक्सट है डॉग्स पैट्स फॉक्स। हुण देखो कुछ लोग घरां च पैट रखते हैं, पैट किंदा पालतू जानवर डॉग्स, कई लोग घरां च रखते हैं। सम पैट्स कैन बी, हर एक डॉग नूं पैट नहीं रखा जा सकता, ये ध्यान रखना है। सम पैट्स कैन बी कॉल्ड एज डॉग्स, सम डॉग्स जिहड़े ने वो पैट्स हो सकते हैं, लेकिन सारे डॉग्स जिहड़े पैट्स नहीं होंदे, सारे डॉग्स पैट्स नहीं होंदे, क्योंकि कई डॉग तो सड़कों ते बाहर फिरदे हैं। तो सम डॉग्स आर कॉल्ड पैट्स एंड सम पैट्स आर कॉल्ड फॉक्स। की पैट्स फॉक्स के तौर पर रखे जा सकते हैं? नो, पैट्स के तौर पर फॉक्स नहीं होंदे, ये जंगलों में ही होंदे आ फॉक्स, इन्हां नूं घरे नहीं पालतू रखा जा सकता। तो उस तो बाद फॉक्स से डॉग्स से कुछ कॉमन है, फॉक्स एक अलग जानवर है, फॉक्स नूं डॉग्स नहीं कहा जा सकता, डॉग नूं फॉक्स नहीं कहा जा सकता नो। तो डबल एन एस का रिलेशन है, डबल एन एस लिए किहड़ा वेन डायग्राम है बेटे 8th वाला, ਇਹਦੇ ਲਈ ऑप्शन ਕਿਹੜੀ है 8th। नैक्सट है फीमेल मदर्स डॉक्टर्स। ਇਹਦੇ ਵਿੱਚ देखो किवें करना सी काम, फीमेल्स फीमेल मदर्स। हुण मदर्स दी मदर सारियां दी सारियां फीमेल ही हुंदियां ने, ए दा रिलेशन। ते डॉक्टर्स मदर हो सकदियां ने, सम डॉक्टर्स कैन बी मदर्स और सम मदर्स कैन बी डॉक्टर्स। इज इट ओके? ਇਹਦਾ ਇਹਦੇ ਨਾਲ ਰਿਲੇਸ਼ਨ ਹੋ ਗਿਆ ए ਦਾ, ਇਹਦਾ ਇਹਦੇ ਨਾਲ ਹੋ ਗਿਆ एस ਦਾ। ਹੁਣ ਥਰਡ ਰਿਲੇਸ਼ਨ ਹੈਗਾ ਡਾਕਟਰ ਤੇ ਫੀਮੇਲ ਦਾ। ਕੀ ਡਾਕਟਰਸ ਫੀਮੇਲ ਹੋ ਸਕਦੇ? ਸਮ ਡਾਕਟਰਸ ਕੈਨ ਬੀ ਫੀਮੇਲ, ਤਾਂ ਐਸ ਦਾ ਰਿਲੇਸ਼ਨ। ਤੇ ਇੱਥੇ ਕਿਹੜਾ ਵੈਨ ਡਾਇਗਰਾਮ ਬਣੇਗਾ ASS ਦਾ। ASS ਦਾ ਕਿਹੜਾ ਵੈਨ ਡਾਇਗਰਾਮ ਹੈ ਬੇਟੇ? ਇਹ ਵਾਲਾ ਜਿਹੜਾ 7th ਨੰਬਰ 'ਤੇ ਮੈਂ ਤੁਹਾਨੂੰ ਦਿਖਾਇਆ ਹੈ। ਇਹਦੇ ਲਈ सॉरी आ वाला ASS आ वाला है, ए वाला है ANN, ASS आ वाला रिलेशन है जोड़ा कि 9th है। नैक्सट है वुड डोर ते टेबल। कि वुड दे डोर बनते हैं, सारे डोर तो चलो वुड दे नहीं बनते, पर कुछ डोर तो बनते हैं ना सम, तो कुछ डोर जोड़े वुड दे बनते हैं।
कि डोर ते टेबल दे विच कुछ कॉमन है? डोर अलग चीज़ है, टेबल अलग चीज़ है। एन कि टेबल ते वुड का कोई रिलेशन है? हाँ जी, टेबल भी वुड दे बन सकते हैं, कुछ टेबल जेडे वुड दे बनाए जा सकते हैं। सम टेबल कैन बी मेड ऑफ वुड। तो किहड़ा डबल रिलेशन आ रहा है? डबल एस ते एन दा। डबल एस ते एन दा देखो किहड़ा रिलेशन है? आ वाला, दैट इज़ इन द 5th नंबर, डबल एस एन। तो इत्थे किहड़ा आएगा? डबल एस एन दा आ वाला रिलेशन। इज इट ओके? इसी तरह इलिटरेट, पुअर मैन, अनएम्प्लॉयड। कि पुअर मैन इलिटरेट होंगे है? कि पुअर मैन इलिटरेट होंगे या इलिटरेट पुअर मैन होंगे है? कुछ भी हो सकता है। कुछ पुअर मैन इलिटरेट अनपढ़ हो सकते, इलिटरेट मने अनपढ़। कुछ गरीब आदमी अनपढ़ हो सकते हैं। तो कुछ पुअर मैन अनएम्प्लॉयड भी हो सकते, जिन्हों को नौकरी नहीं होंगी उन्होंने अनएम्प्लॉयड कहते। तो कुछ गरीब लोग अनएम्प्लॉयड भी हो सकते हैं। तो कुछ इलिटरेट लोग अनएम्प्लॉयड हो सकते हैं। हाँ जी, कई इलिटरेट लोग भी अनएम्प्लॉयड हो सकते। सम, ऑल अनएम्प्लॉयड इलिटरेट नहीं होंगे, ऑल इलिटरेट अनएम्प्लॉयड नहीं होंगे, जरूरी नहीं है। कई अनपढ़ां नूं भी नौकरियां मिलियां होंदियां। तो सम इलिटरेट कैन बी अनएम्प्लॉयड। तो ट्रिपल एस का रिलेशन है। ट्रिपल एस लिए वैन डायग्राम थानू पता ही है। आ वाला वैन डायग्राम है तिन्नां विच कॉमन, 1 2 ते 3। ट्रिपल एस, ये ट्रिपल एस भी शो करता है। मैन, पोएट, टीचर्स। ये लिए देखो, मैन कैन बी पोएट, सारे दे सारे मैन पोएट हो सकते हैं। देखो जे वूमन होंदी तो पोएटस होंदियां, पोएटस। तो मैन किहड़े ने? पोएट हो सकते। सारे मैन पोएट हो सकते हैं तो नहीं भी हो सकते। सम मैन कैन बी पोएट। तो कुछ पोएट टीचर्स भी हो सकते हैं, तो टीचर कुछ पोएट्स भी हो सकते हैं। तो मैन भी कुछ ना कुछ टीचर्स हो सकते हैं। ट्रिपल एस। तो ये भी किहड़ा रिलेशन शो करेगा? ट्रिपल एस। एस एस एस। कुछ मैन पोएट हो सकते हैं, तो कुछ पोएट भी टीचर्स हो सकते हैं, कुछ टीचर्स भी मैन हो सकते हैं। ट्रिपल एस का रिलेशन। इज इट ओके? नैक्सट है टाइप 2 दे विच थानू इस तरह का कुछ वैन डायग्राम दिता है। ट्रायंगल मीनस एजुकेटेड, सर्कल मीनस इंप्लॉयड एंड दिस सर्कल मीनस रूरल। ਇਹਦਾ ਵਿੱਚ ਕੀ शो किया गया है? एजुकेटेड लोग, इंप्लॉयड लोग तो रूरल लोग इदा शो किए गए हैं। तो उन्हें क्वेश्चन देखो किस तरह का पूछा है। फाइंड द नंबर ऑफ रूरल पीपल हू आर नॉट एजुकेटेड। जेड़े एजुकेटेड नहीं है, एजुकेटेड घट देने हैं। ये एजुकेटेड वाले सब तो पहला पार्ट में असी एजुकेटेड नहीं लेने। एजुकेटेड किहड़े है? ट्रायंगल वाले, मतलब ट्रायंगल के हिस्से वाले नंबर असी नहीं लेने। आ वाला पूरा ट्रायंगल का हिस्सा है। लेकिन किहड़े नंबर कढ़ने हैं? रूरल दे। रूरल दे विच ओह लेने जिहड़े ट्रायंगल का हिस्सा नहीं है। रूरल दे ये है, ये भी ट्रायंगल का हिस्सा है, ये भी कट दो। तो किहड़े रह गए? पूरा ट्रायंगल का हिस्सा कट दिता क्योंकि एजुकेटेड नहीं सी लेने असी। तो रूरल दे किहड़ा हिस्सा बचया? 34। तो इधर किहड़ा बचया? ये भी इस ट्रायंगल का हिस्सा, रूरल का आ पूरा हिस्सा है, रूरल का पूरा सर्कल है। आ देखो 34 जमा 10 कितना आ गया? 44। तो तुसी 44 के उत्ते टिक करोगे। नैक्सट है द नंबर ऑफ एजुकेटेड पीपल हू आर इंप्लॉयड। एजुकेटेड भी होन, इंप्लॉयड भी होन। एजुकेटेड भी चाहिए है तो इंप्लॉयड भी चाहिए है। नंबर ऑफ एजुकेटेड पीपल हू आर इंप्लॉयड। एजुकेटेड पीपल आ सारे है जेड़े कि इंप्लॉयड भी होन। इंप्लॉयड दे विच किहड़ा आ रहा है? आ वाला भी आ रहा है तो आ भी आ रहा है। नंबर ऑफ पीपल हू आर एजुकेटेड एंड इंप्लॉयड। रूरल की गल नहीं की गई। एजुकेटेड दे विच ते इंप्लॉयड दे विच किहड़ा हिस्सा आ रहा है? इंप्लॉयड का आ वाला सर्कल है। तो सर्कल दे विच एजुकेटेड तो इंप्लॉयड वाले किहड़े है? आ वाला 12 जमा 6 जिहड़े एजुकेटेड भी ने ते इंप्लॉयड भी ने। इस खाली एजुकेटेड तो रूरल वाले आ रहे हैं। इस किहड़ा है? एजुकेटेड तो इंप्लॉयड का कॉमन हिस्सा। ये एजुकेटेड वाला हिस्सा तो आ इन्ना इंप्लॉयड का हिस्सा। 12 जमा 6 कितना हो गया? 18। नैक्सट है फाइंड द नंबर ऑफ रूरल पीपल हू आर एजुकेटेड एंड इंप्लॉयड। रूरल पीपल जेड़े कि एजुकेटेड भी होन, इंप्लॉयड भी होन। रूरल भी होन, एजुकेटेड भी होन, इंप्लॉयड भी होन। तिन्ना का कॉमन पोर्शन किहड़ा? आ वाला 6 वाला हिस्सा।
ਇਹਦੇ ਵਿੱਚ ਤਿੰਨੋਂ ਹੀ ਪਾਰਟ ਆ ਰਹੇ ਆ। ਇਸ ਵਾਲੇ ਸਰਕਲ ਦਾ ਵੀ ਹਿੱਸਾ ਆ ਰਿਹਾ, ਇਹ ਵਾਲੇ ਸਰਕਲ ਦਾ ਵੀ ਹਿੱਸਾ ਆ ਰਿਹਾ ਤੇ ਆਹ ਵਾਲੇ ਟ੍ਰਾਇੰਗਲ ਦਾ ਵੀ ਹਿੱਸਾ ਆ ਰਿਹਾ। 6 that is common intersection of the point. Next है find the number of employed people who are educated and rural. Find the number of people employed people who are educated and rural. Employed people ਜਿਹੜੇ ਕਿ ਐਜੂਕੇਟਿਡ ਵੀ ਹੋਣ, ਰੂਰਲ ਵੀ ਹੋਣ, ਉਹੀ ਸੇਮ ਚੀਜ਼ ਇੱਦਾਂ ਵੀ ਲਿਖਿਆ ਸਕਦਾ 6 + 2 8। ਠੀਕ ਹੈ ਜੀ। ਤਾਂ ਇਸ ਨੂੰ ਤੁਸੀਂ 12 + 6 18 ਜਿਵੇਂ ਕਿ ਨੰਬਰ ਆਫ ਹੂ ਆਰ ਇੰਪਲੋਇਡ। ਇਜ਼ ਇਟ ਓਕੇ? ਤਾਂ ਚਾਹੇ ਇਹਨੂੰ ਇੱਦਾਂ ਲਿਖ ਲਓ, ਕੁਐਸਚਨ ਪੁੱਛਿਆ ਜਾ ਸਕਦਾ ਜਾਂ ਇੱਦਾਂ ਵੀ ਪੁੱਛਿਆ ਜਾ ਸਕਦਾ। ਤਾਂ ਦੋਨਾਂ ਦਾ ਆਨਸਰ ਕੀ ਹੈ? 18। ਆਈ ਹੋਪ ਤੁਹਾਨੂੰ ਇਹ ਸਵਾਲ ਸਮਝ ਆ ਗਏ ਹੋਣਗੇ। ਇਹੀ ਇਸ ਤਰ੍ਹਾਂ ਦੇ ਸਵਾਲਾਂ ਦੀ ਵੱਧ ਤੋਂ ਵੱਧ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਵੈਨ ਡਾਇਗਰਾਮਸ ਦੇ ਜਿਹੜੇ ਸਮਸ ਆ ਬੜੇ ਈਜ਼ੀਲੀ ਸਮਝ ਆ ਜਾਣਗੇ। ਥੈਂਕ ਯੂ।